औज़ुबिल्लाहि बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तक़ीन अस्सलातु वस्सलामु अला रसूलिल करीम। दोस्तों अस्सलाम वालेकुम। मैं डॉक्टर नसीर कालों हाज़र हाँ CNP ਤੋਂ। ਦੋਸਤੋ ਤੁਹਾਨੂੰ ਸਭ ਨੂੰ ਪਤਾ ਕਿ 8 ਤਾਰੀਖ ਨੂੰ ਇਸਲਾਮਾਬਾਦ 'ਚ ਇੱਕ ਜਲਸਾ PTI ਨੇ ਕੀਤਾ, ਜਿਹੜਾ ਬਹੁਤ ਬੜਾ ਗੈਦਰਿੰਗ ਸੀ, ਬਹੁਤ ਬੜੀ ਗੈਦਰਿੰਗ ਸੀ, ਬੜਾ ਵੱਡਾ ਜਲਸਾ ਸੀ। ਉੱਥੇ ਕੀ ਤਕਰੀਰਾਂ ਕੀਤੀਆਂ, ਕੀ ਨਹੀਂ ਕੀਤੀਆਂ, ਸਾਡਾ ਇਹਨਾਂ ਚੀਜ਼ਾਂ ਨਾਲ ਕੋਈ ਬਹੁਤ ਜ਼ਿਆਦਾ ਨਹੀਂ ਆ ਦਿਲਚਸਪੀ ਵੀ ਉਹਨਾਂ ਨੇ ਕੀ ਕਿਹਾ ਜਾਂ ਕੀ ਨਹੀਂ ਕਿਹਾ। ਇੱਕ ਚੀਜ਼ ਬਹੁਤ ਅਹਿਮ ਹੈ ਕਿ ਸਾਡੇ ਹਰ ਸਿਆਸਤਦਾਨ ਔਰ ਹਰ ਪਾਕਿਸਤਾਨੀ ਨੂੰ ਆਪਣੇ ਮੁਲਕ, ਆਪਣੀ ਕੌਮ ਔਰ ਆਪਣੀ ਅਫਵਾਜ ਔਰ ਆਪਣੇ ਜਿਹੜੇ ਅਦਾਰੇ ਨੇ ਉਹਨਾਂ ਦੇ ਨਾਲ ਮੁਖਲਸ ਔਰ ਸਿੰਸੀਅਰ ਹੋਣਾ ਚਾਹੀਦਾ। ਉਹਨਾਂ ਦੇ ਉੱਪਰ ਬੇਜਾ ਬੁਛਾੜਾ ਨਹੀਂ ਕਰਨੇ ਚਾਹੀਦੀਆਂ, ਬੇਜਾ ਤਨਕੀਦ ਬੇਮਕਸਦ ਨਹੀਂ ਕਰਨੀ ਚਾਹੀਦੀ। ਹਾਂ, ਅਗਰ ਕਿਤੇ ਵਾਕਈ ਗਲਤ ਕਰ ਰਿਹਾ ਤਾਂ ਉਹਨੂੰ ਬਿਲਕੁਲ ਹਾਈਲਾਈਟ ਕਰਨਾ ਚਾਹੀਦਾ, ਬਿਲਕੁਲ ਦੱਸਣਾ ਚਾਹੀਦਾ। ਲੇਕਿਨ ਇਹ ਨਹੀਂ ਹੈ ਕਿ ਕਿਸੇ ਵੀ ਅਦਾਰੇ ਨੂੰ ਡੀਗ੍ਰੇਡ ਕੀਤਾ ਜਾਏ। ਹਾਲਾਂਕਿ ਸਾਡੇ ਕੁਝ ਅਦਾਰੇ ਐਸੇ ਨੇ ਜਿਨ੍ਹਾਂ ਨੇ ਇੱਜ਼ਤ ਦੀ ਬਜਾਏ ਪਤਾ ਨਹੀਂ ਕਿਉਂ ਨਹੀਂ ਇੱਜ਼ਤ ਕਰਾਉਂਦੇ, ਜਾਂ ਜਿਹਦੀ ਬੜੀ ਵੱਡੀ ਮਿਸਾਲ ਸਾਡੇ ਕੋਲ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ। ਉਹਨੇ ਜਦੋਂ ਦਾ ਮਤਲਬ ਕੋਈ 4 ਸਾਲ ਤੋਂ ਇਹਨਾਂ ਦਾ ਵਜੂਦ ਹੋਇਆ ਸੀ, ਇਹ ਨਵਾਂ ਗਰੁੱਪ ਆਇਆ ਇਲੈਕਸ਼ਨ ਕਮਿਸ਼ਨ ਦਾ, ਉਹਨਾਂ ਇੱਕ ਵੀ ਇਲੈਕਸ਼ਨ ਸਾਫ਼ ਸ਼ਫਾਫ ਔਰ ਅੱਛੇ ਤਰੀਕੇ ਨਾਲ ਨਹੀਂ ਕਰਵਾਇਆ ਔਰ ਕੋਈ ਵੀ ਅੱਛਾ ਕਦਮ ਨਹੀਂ ਉਠਾਇਆ ਜਿਹਦੇ ਨਾਲ ਕੋਈ ਵੀ ਭੁੱਲ ਕੇ ਹੀ ਉਹਨਾਂ ਦੀ ਤਾਰੀਫ ਕਰ ਜਾਏ ਜਾਂ ਉਹਨੂੰ ਅੱਛਾ ਕਹਿ ਜਾਏ। ਇਸ ਤਰ੍ਹਾਂ ਕਿ ਅਗਰ ਇਸ ਤਰ੍ਹਾਂ ਦੇ ਕੰਮ ਕੋਈ ਅਦਾਰਾ ਕਰੇ ਤਾਂ ਉਹਨੂੰ ਬਿਲਕੁਲ ਹਾਈਲਾਈਟ ਕਰਨਾ ਚਾਹੀਦਾ। ਲੇਕਿਨ ਆਪਣੀ ਕਿਸੇ ਤਕਰੀਰ 'ਚ, ਕਿਸੇ ਲਿਖਣ 'ਚ, ਕਿਸੇ ਪ੍ਰੈਸ ਕਾਨਫਰੰਸ 'ਚ ਨਹੀਂ ਬੁਰਾ ਭਲਾ ਕਹਿਣਾ ਚਾਹੀਦਾ, ਖਾ ਉਹ ਤੁਹਾਡਾ ਮੁਖਾਲਫ ਹੈ, ਖਾ ਉਹ ਤੁਹਾਡਾ ਹਮਾਇਤੀ। ਲੇਕਿਨ ਸਾਡੇ ਇੱਕ ਰਿਵਾਜ ਬਣ ਗਿਆ ਕਿ ਕੋਈ ਵੀ ਗੱਲ ਕਾਬੂ ਆ ਜਾਂਦੀ ਹੈ ਨਾ ਸਿਆਸਤਦਾਨਾਂ ਦੇ, ਇਹਨਾਂ ਨੇ ਉਸ ਗੱਲ ਦਾ ਤੀਆ ਪੈਂਚਾ ਕਰ ਛੱਡਣਾ, ਭਾਵੇਂ ਉਹ ਸੱਚੀ ਆ ਭਾਵੇਂ ਝੂਠੀ, ਬਾਅਦ ਦੀਆਂ ਗੱਲਾਂ ਨੇ। ਜਿਸ ਤਰ੍ਹਾਂ ਇਹ 4-5 ਜਣੇ ਰੱਖੇ ਨੇ ਇਸ ਗਵਰਨਮੈਂਟ ਨੇ, ਉਹ ਆ ਕੇ ਸਪੀਕਰ ਫੜ ਲੈਂਦੇ ਨੇ, ਮਾਈਕ ਫੜ ਲੈਂਦੇ ਨੇ, ਤਾਂ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੰਦੇ ਨੇ। ਆ ਜਾ ਕੇ ਇੱਕੋ ਹੀ ਗੱਲ, ਇਮਰਾਨ ਖਾਨ ਬੁਰਾ, ਇਮਰਾਨ ਖਾਨ ਬੁਰਾ। ਯਾਰ ਬੁਰਾ 100% ਮੰਨ ਲਿੱਤਾ ਜਾਏ ਵੀ ਉਹ ਬੁਰਾ, ਦੂਸਰਾ 200% ਦੀ ਗੱਲ ਸੱਚੀ ਹੈ, ਤੁਹਾਡੇ 'ਚ ਵੀ ਇੱਕ ਸੱਚਾ ਨਹੀਂ ਹੈ, ਤੁਹਾਡੇ 'ਚ ਵੀ ਇੱਕ ਅੱਛਾ ਨਹੀਂ ਹੈ। ਕਿਉਂ? ਜਦੋਂ ਤੁਸੀਂ ਇੱਕ ਦੂਸਰੇ ਨੂੰ ਬੁਰਾ ਹੀ ਕਹੋਗੇ ਤਾਂ ਤੁਸੀਂ ਖੁਦ ਅੱਛੇ ਕਿਸ ਤਰ੍ਹਾਂ ਹੋ ਸਕਦੇ ਹੋ? ਕਿਉਂਕਿ ਅੱਛੇ ਬੰਦੇ ਦੀ ਸਭ ਤੋਂ ਬੜੀ ਨਿਸ਼ਾਨੀ ਇਹ ਆ ਕਿ ਸਭ ਤੋਂ ਪਹਿਲੇ ਉਹ ਆਪਣਾ ਗਿਰੇਬਾਨ ਦੇਖਦਾ। ਕੱਲ ਉੱਥੇ ਜਲਸਾ ਹੋਇਆ 8 ਤਾਰੀਖ ਨੂੰ, ਉੱਥੇ ਤਕਰੀਰਾਂ ਪਤਾ ਨਹੀਂ ਕੀ ਲਾ ਮੁਹੱਲਾ ਕੀਤੀਆਂ, ਕੀ ਨਾ ਐਡਾ ਗੌਰ ਕਰੀਦਾ, ਨਾ ਐਡਾ ਸਿਆਸਤ 'ਚ ਹਿੱਸਾ ਦੇਈਦਾ, ਨਾ ਐਡੀ ਦਿਲਚਸਪੀ ਹੈ ਸਿਆਸਤ ਨਾਲ, ਕਿਉਂਕਿ ਇਹ ਸਿਆਸਤ ਘੱਟ ਔਰ ਗਲਾਜ਼ਤ ਜ਼ਿਆਦਾ। ਕੱਲ ਤੋਂ ਅਜੀਬੋ ਗਰੀਬ ਤਮਾਸ਼ਾ ਲੱਗਾ ਮੇਰੇ ਪਿਆਰੇ ਪਾਕਿਸਤਾਨ ਦੇ ਦਾਰੁਲ ਖਿਲਾਫਾ ਇਸਲਾਮਾਬਾਦ ਦੇ ਅੰਦਰ ਕਿ MNAs ਦੀ ਪਕੜ ਦਕੜ ਸ਼ੁਰੂ ਹੋਈ ਹੈ। ਇਹ ਹੈ ਸਾਡੀ ਡੈਮੋਕ੍ਰੇਸੀ ਦਾ ਲੈਵਲ, ਇਹ ਹੈ ਸਾਡੀ ਜਮਹੂਰੀਅਤ ਦਾ ਪੈਗਾਮ ਕਿ ਜਿਹੜਾ ਆਪੋਜੀਸ਼ਨ 'ਚ ਹੋਵੇ ਉਹਨੂੰ ਫੜ ਕੇ ਅੰਦਰ ਕਰ ਦਿਓ। ਦੋਸਤੋ, ਕਿਸੇ ਵੀ ਜਮਹੂਰੀ ਮੁਲਕ 'ਚ ਇਸ ਤਰ੍ਹਾਂ ਨਹੀਂ ਹੁੰਦਾ ਜਿਸ ਤਰ੍ਹਾਂ ਮੇਰੇ ਪਿਆਰੇ ਪਾਕਿਸਤਾਨ ਦੇ ਅੰਦਰ ਹੋ ਰਿਹਾ। ਉਹਦੀ ਇੱਕ ਬਹੁਤ ਬੜੀ ਵਜ੍ਹਾ ਇਹ ਆ ਕਿ ਇਹ ਜੋ ਕੁਝ ਜੋ ਕਰ ਰਹੇ ਨੇ, ਇਹ ਨਾ ਖੁਦ ਜਮਹੂਰੀ ਨੇ, ਨਾ ਇਹਨਾਂ ਦੀ ਆਪਣੀ ਪਾਰਟੀਆਂ ਜਮਹੂਰੀਅਤ ਹੈ ਔਰ ਨਾ ਹੀ ਇਹ ਜਮਹੂਰੀਅਤ ਚਾਹੁੰਦੇ ਨੇ। ਇੱਥੇ ਡਿਕਟੇਟਰਸ਼ਿਪ ਆ, ਖਾ ਉਹ ਫੌਜੀ ਮਾਰਸ਼ਲਾਂ ਦੇ ਜ਼ਰੀਏ ਡਿਕਟੇਟਰਸ਼ਿਪ ਲੱਗੀ ਜਾਂ ਸੋ ਕਾਲਡ ਜਮਹੂਰੀ ਹਕੂਮਤਾਂ ਦੇ ਦੌਰ 'ਚ ਜਮਹੂਰੀ ਡੈਮੋਕ੍ਰੇਸੀ ਦੀ ਬਜਾਏ ਜਮਹੂਰੀ ਡਿਕਟੇਟਰਸ਼ਿਪ। ਕਿਸੇ ਪਾਰਟੀ ਦਾ ਕੋਈ ਬੰਦਾ ਆਪਣੇ ਮੌਕਫ ਤੋਂ ਥੋੜਾ ਜਿਹਾ ਵੀ ਹਟ ਜਾਂਦਾ, ਉਹਨੂੰ ਪਾਰਟੀ ਚੋਕ ਕਰ ਦਿੰਦੇ ਨੇ। ਆਇਆ ਇਹਨੂੰ ਜਮਹੂਰੀਅਤ ਕਹਿੰਦੇ ਨੇ? ਪਾਰਟੀ ਦੇ ਅੰਦਰ ਵੀ ਇੰਨੀ ਖੁਸ਼ ਅਖਲਾਕੀ, ਖੁਸ਼ ਦਿਲੀ ਨਾਲ ਕਬੂਲ ਕਰਨਾ ਚਾਹੀਦਾ। ਅਗਰ ਕੋਈ ਤੁਹਾਡੇ ਜਿਹੜਾ ਲਾਇਆ ਅਮਲ ਆ ਉਹ ਤੋਂ ਇਖਤਲਾਫ ਕਰਦਾ ਤਾਂ ਉਹਨੂੰ ਇਖਤਲਾਫ ਬਰਾਏ ਇਖਤਲਾਫ ਸੋਚਣਾ ਚਾਹੀਦਾ, ਇਖਤਲਾਫ ਬਰਾਏ ਦੁਸ਼ਮਣੀ ਨਹੀਂ ਲੈਣਾ ਚਾਹੀਦਾ। ਲੇਕਿਨ ਸਾਡੇ ਇਹ ਰਿਵਾਜ ਨਾ ਪਿਆ, ਨਾ ਹੈ ਔਰ ਨਾ ਇਹ ਪੈਣ ਦਿੱਤਾ ਜਾਣਾ। ਮੈਂ ਇਸ ਗੱਲੋਂ ਬੜਾ ਹੈਰਾਨ ਆ ਕਿ ਇਹਨੂੰ ਜਮਹੂਰੀਅਤ ਕਹਿੰਦੇ ਕਿਉਂ ਨੇ ਜਦੋਂ ਕਿ ਜਮਹੂਰੀਅਤ ਹੈ ਨਹੀਂ। ਜਾਂ ਤੇ ਜਮਹੂਰੀਅਤ 100% ਜਾਰੀ ਕਰ,
ਜਾਂ ਫਿਰ ਬਿਲਕੁਲ ਖਤਮ ਕਰ ਦੇਣ। ਵਨ ਮੈਨ ਗਵਰਨਮੈਂਟ ਹੋਵੇ, ਸਦਾਰਤੀ ਨਿਜ਼ਾਮ ਹੋਵੇ, ਕੀ ਫਾਇਦਾ ਇਸ ਜਮਹੂਰੀਅਤ ਦਾ, ਜਿੱਥੇ ਨਾ ਕਿਸੇ ਦਾ ਵੋਟ ਜਿੰਨੇ ਪਾਉਣ ਜਾਣਾ ਨਾ ਉਹਦਾ ਵੋਟ ਗਿਣਿਆ ਜਾਣਾ, ਨਾ ਜਿਹਦਾ ਵੋਟ ਪਾ ਕੇ ਆ ਨਾ ਉਹਦਾ ਸੰਦੂਕ ਚੋਂ ਨਿਕਲਣਾ, ਜਿਹਨੂੰ ਵੋਟ ਦੇ ਕੇ ਆ ਉਹਨੂੰ ਲੱਭਣਾ ਹੀ ਨਹੀਂਗਾ। ਫਿਰ ਜਮਹੂਰੀਅਤ ਕਾਦੀ ਆ? ਐਵੇਂ ਲੋਕਾਂ ਦੇ ਨਾਮ ਬਦਨਾਮ ਹੋ ਰਹੇ ਨੇ। ਹੁਣ ਜਿਹੜਾ ਕੱਲ ਜੋ ਕੁਛ ਹੋ ਰਿਹਾ ਵੇ ਉਹਦੇ ਚ ਦੇਖੋ ਕਿ ਆਪਣੇ ਆਪ ਨੂੰ ਜਮਹੂਰੀ ਹਕੂਮਤ ਕਹਿਣ ਵਾਲੇ ਪਾਰਲੀਮੈਂਟ ਲੌਜਸ ਦੇ ਅੰਦਰ, ਪਾਰਲੀਮੈਂਟ ਹਾਊਸਸ ਦੇ ਅੰਦਰ, ਪਾਰਲੀਮੈਂਟ ਦੇ ਅੰਦਰ ਜਾ ਕੇ ਪਕੜ ਤਕੜ ਹੋਣ ਡਈ ਆ। ਕਾਹਦੀ ਜਮਹੂਰੀਅਤ ਆ ਜੀ? ਸਾਡੇ ਚੀਫ ਜਸਟਿਸ ਸਾਹਿਬ ਫਰਮਾਉਂਦੇ ਨੇ ਕਿ ਪਾਰਲੀਮੈਂਟ ਔਰ ਸਾਡੇ MNA ਹਜ਼ਰਾਤ ਫਰਮਾਉਂਦੇ ਨੇ ਕਿ ਪਾਰਲੀਮੈਂਟ ਸੁਪਰੀਮ ਆ। ਕਿੱਥੇ ਗਈ ਸੁਪਰੀਮੇਸੀ ਇਹਨਾਂ ਦੀ? ਜਦੋਂ ਪੁਲਿਸ ਦਾ ਕਾਂਸਟੇਬਲ ਲੈ ਕੇ ਡਾਂਗਾ ਮਗਰ ਚੜਿਆ ਤੇ ਉਹ ਜਾ ਕੇ ਉਹਦੇ ਕੋ ਪਾਰਲੀਮੈਂਟ ਹਾਊਸ ਦੇ ਅੰਦਰ ਜਾਂ ਤੁਹਾਡੀ ਜਿਹੜੀ ਕੌਮੀ ਅਸੈਂਬਲੀ ਦੀ ਬਿਲਡਿੰਗ ਦੇ ਅੰਦਰੋਂ ਜਾ ਕੇ ਲੋਕਾਂ ਨੂੰ ਪਕੜਨ ਡਿਆ। ਕਿੱਥੇ ਗਈ ਸੁਪਰੀਮੇਸੀ ਤੁਹਾਡੀ? ਆਇਆ ਇਹਨੂੰ ਸੁਪਰੀਮੇਸੀ ਕਹਿੰਦੇ ਆ ਕਿ ਹਸਬੇ ਇਖਤਲਾਫ ਨੂੰ ਫੜੀ ਜਾਓ ਤੇ ਤੁੰਨੀ ਜਾਓ ਤੇ ਗ੍ਰਿਫਤਾਰ ਕਰੀ ਜਾਓ, ਜੇਲ੍ਹ ਭੇਜੀ ਜਾਓ। ਮੈਂ ਤੇ ਕਹਿਣਾ ਇੱਕ ਕਾਨੂੰਨ ਇਹਨੂੰ ਚਾਹੀਦਾ ਐਸਾ ਬਣਾ ਦੇਣਾ ਚਾਹੀਦਾ ਕਿ ਸਿਰਫ ਮੁਲਕ 'ਚ ਹੁਕਮਰਾਨ ਜਮਾਤ ਹੋਵੇ, ਜਿਹੜਾ ਜਿੱਤ ਕੇ ਆਵੇ ਉਹ ਹੁਕਮਰਾਨੀ ਕਰੇ, ਬਾਕੀ ਸਾਰੇ ਆਪਣੇ ਘਰਾਂ 'ਚ ਰਹਿਣ। ਕੋਈ ਹਸਬੇ ਇਖਤਲਾਫ ਦੀ ਜ਼ਰੂਰਤ ਨਹੀਂ ਹੈ, ਨਾ ਕੋਈ ਪੁਆਇੰਟ ਆਊਟ ਕਰੇ, ਨਾ ਇਹਨਾਂ ਨੂੰ ਰੋਕੇ ਟੋਕੇ। ਇਹ ਜੋ ਮਰਜ਼ੀ ਕਰ ਲੈਣ, ਮੁਲਕ ਦਾ ਬੇੜਾ ਗਰਕ ਕਰ ਦੇਣ, ਮੁਲਕ ਨੂੰ ਤਹਿਸ ਨਹਿਸ ਕਰ ਦੇਣ, ਮੁਲਕ ਨੂੰ ਖਾ ਜਾਣ, ਮੁਲਕ ਨੂੰ ਵੇਚ ਦੇ। ਜਿਹੜੀ ਹਕੂਮਤ ਜੋ ਮਰਜ਼ੀ ਉਹ ਕਰੀ ਜਾਏ ਤੇ ਆਵਾਮ ਜਾਏ ਜਹੰਨਮ 'ਚ। ਜਿੱਥੇ 10 ਰੁਪਏ ਯੂਨਿਟ ਨੂੰ ਬੜਾ ਮੂੰਹ ਫਾੜ ਫਾੜ ਕੇ ਮਾਈਕ ਮੂੰਹ 'ਚ ਦੇ ਦੇ ਕੇ ਸਾਡੇ ਵਿਕੇ ਹੋਏ ਭਿਖਾਰੀ ਕਿਸਮ ਦੇ ਜਿਹੜੇ ਹੈ ਜਰਨਲਿਸਟ ਉਹ ਕਹਿੰਦੇ ਸੀ ਕਿ ਦੱਸੋ ਬਿਜਲੀ ਮਹਿੰਗੀ ਹੋ ਗਈ ਆ, ਗੈਸ ਮਹਿੰਗੀ ਹੋ ਗਈ ਆ, ਚੀਜ਼ਾਂ ਮਹਿੰਗੀਆਂ ਹੋ ਗਈਆਂ, ਉਹ ਹੁਣ ਮਰੇ ਪਏ ਨੇ, ਸੁੱਤੇ ਪਏ ਨੇ। ਕੋਈ ਨਹੀਂ ਦੱਸਦਾ ਕਿ ਬਹੁਤ ਮਹਿੰਗਾਈ ਹੋਈ ਆ, ਬੜੀ ਮਹਿੰਗਾਈ ਹੋਈ ਆ, ਬਹੁਤ ਮਹਿੰਗਾਈ ਆ, ਨਾ ਨਹੀਂ ਲੈਂਦੇ। ਬਿਜਲੀ 70-80 ਰੁਪਏ ਯੂਨਿਟ ਚਲੇ ਗਿਆ, 10 ਰੁਪਏ ਮਹਿੰਗੀ ਸੀ, 70-80 ਰੁਪਏ ਸਸਤੀ ਆ। ਯਾਰ ਕੋਈ ਖੁਦਾ ਦਾ ਖੌਫ ਕਰਨਾ ਚਾਹੀਦਾ ਸਾਡੀ ਗਵਰਨਮੈਂਟ ਨੂੰ ਵੀ, ਔਰ ਸਾਡੇ ਜਿਹੜੇ ਨਸ਼ਰੀਆਤੀ ਅਦਾਰੇ ਨੇ, ਸਾਡੇ ਜਿਹੜਾ ਮੀਡੀਆ ਵੀ ਵਿਕਿਆ ਵੇ, ਸਾਡੇ ਜਰਨਲਿਸਟ ਵੀ ਵਿਕੇ ਨੇ, ਸਾਡੇ ਜਨਾਬ ਐਂਕਰਸ ਵੀ ਵਿਕੇ ਨੇ। ਉਹ ਜੋ ਇਹਨਾਂ ਨੂੰ ਮਸ਼ਵਰਾ ਦੇ ਦਿੱਤਾ ਜਾਂਦਾ, ਜਿਹੜਾ ਪੁਆਇੰਟ ਦੇ ਦਿੱਤਾ ਜਾਂਦਾ, ਉੱਤੇ ਹੀ ਬੋਲੀ ਜਾਣਾ। ਇਹਨਾਂ ਮਹਿੰਗਾਈ ਤੇ ਗੱਲ ਹੀ ਨਹੀਂ ਕਰਦੇ ਕਿ ਮਹਿੰਗਾਈ ਹੋਈ ਆ। ਕਿਉਂ? ਇਹਨਾਂ ਵਾਸਤੇ ਮਹਿੰਗਾਈ ਹੈ ਨਹੀਂ, ਇਹਨਾਂ ਦਾ ਤੇ ਸਰੀਜਾ ਅੰਡਿਆ, ਇਹਨਾਂ ਤੇ ਲੁੱਟ-ਪੱਟ ਬੱਚੀ ਆ ਕਿ ਜਿਹੜੇ ਮੀਡੀਆ ਹਾਊਸਸ ਨੇ ਉਹਨਾਂ ਦੇ ਜਨਾਬ ਮਾਲਕਾਂ ਨੂੰ ਪੈਸੇ ਬੇਬਹਾ ਮਿਲਦੇ ਨੇ ਇਸ਼ਤਿਹਾਰਾਂ ਦੀ ਮਦਦ 'ਚ, ਤੇ ਉਹ ਅੱਗੇ ਟ੍ਰਾਂਸਫਰ ਕਰਕੇ ਇਹਨਾਂ ਆਪਣੇ ਮੁਲਾਜ਼ਮਾਂ ਨੂੰ ਦੇਈ ਜਾਂਦੇ ਨੇ। ਰਗੜਿਆ ਕੌਣ ਜਾ ਰਿਹਾ? ਮੀਡੀਅਮ ਤਬਕਾ, ਸਫੇਦ ਪੋਸ਼ ਲੋਕ, ਜਿਹੜੇ ਵਾਈਟ ਕਲਰ ਲੋਕ ਨੇ, ਉਹ ਅਸੀਂ ਲੋਕ ਰਗੜੇ ਜਾਂਦੇ ਆ। ਮਹਿੰਗਾਈ ਉਤੋਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਨੀਚੋਂ ਅਗਰ ਚੀਜ਼ਾਂ ਖਰੀਦਣ ਜਾਂਦੇ ਆ ਸਾਨੂੰ ਬਾਜ਼ਾਰ 'ਚ ਹੱਥ ਨਹੀਂ ਪੈਂਦਾ। ਅਸੀਂ ਮੁਲਕ 'ਚੋਂ ਬਾਹਰ ਵੀ ਨਹੀਂ ਜਾ ਸਕਦੇ। ਇਹ ਮੁਲਕ ਵੀ ਸਾਡਾ, ਅਸੀਂ ਸਮਝਦੇ ਆ, ਅਸੀਂ ਰਹਿਣਾ ਵੀ ਇੱਥੇ ਚਾਹੁੰਦੇ ਆ, ਲੇਕਿਨ ਜ਼ਿੰਦਗੀ ਉਜਰਨ ਕੀਤੀ ਆ। ਇਸੇ ਤਰ੍ਹਾਂ ਹੀ ਅਪੋਜੀਸ਼ਨ ਦੀ ਜ਼ਿੰਦਗੀ ਉਜਰਨ ਕੀਤੀ ਆ। ਬਈ ਖੁਦਾ ਦੇ ਬੰਦੇ, ਦੇਖੋ ਤੁਸੀਂ ਵੀ ਕੱਲ ਅਪੋਜੀਸ਼ਨ 'ਚ ਹੋਣਾ, ਬਿਲਕੁਲ ਤੁਹਾਡਾ ਇਹੀ ਹਾਲ ਹੋਣਾ। ਇਸ ਤੋਂ ਪਹਿਲੇ ਕਿ ਜੋ ਤੁਸੀਂ ਨੁਕਸਾਨ ਕਰ ਚੁੱਕੇ ਹੋ, ਮਜ਼ੀਦ ਬਚ ਜਾਓ, ਆਪਣੇ ਆਪ ਨੂੰ ਬਚਾ ਲਓ। ਇਸ ਦੀ ਬਜਾਏ ਕਿ ਉਹ ਵਕਤ ਆਵੇ ਕਿ ਸਾਰੇ ਲੈਣ ਹਾਜ਼ਰ ਹੋਏ ਹੋਣ ਔਰ ਸਾਰੇ ਛਿੱਤਰ ਖਾਂਦੇ ਹੋਣ। अल्लाह ताला साड़ी मदद करे, अल्लाह मेहरबानी फरमाए, सानू इंसान और शैतान के शर तो बचाए। और दोस्तों अल्लाह हाफिज़, अस्सलाम वालेकुम।